ਨੈਕਸਟ ਇਜ਼ ਮੈਗਾਗੈਮੀਟੋਜੈਨੇਸਿਸ ਔਰ ਮੈਗਾਸਪੋਰੋਜੈਨੇਸਿਸ। ਇਹਦੇ ਵਿੱਚ ਕੀ ਆ, ਜਿਹੜੀ ਵੀ ਫੀਮੇਲ ਰੀਪਰੋਡਕਟਿਵ ਆਰਗਨ ਆ ਫਲਾਰ ਦੀ ਉਹਨੂੰ ਅਸੀਂ ਕਾਰਪਲ ਕਹਿੰਦੇ ਆ, ਅਤੇ ਕਾਰਪਲਸ ਨੂੰ ਕਲੈਕਟਿਵਲੀ ਅਸੀਂ ਜਿਹੜਾ ਆ ਉਹ ਕਹਿ ਦਿੰਦੇ ਆ ਗਾਇਨੋਸ਼ੀਅਮ। ਠੀਕ ਹੈ, ਹੁਣ ਜਿਹੜਾ ਗਾਇਨੋਸ਼ੀਅਮ ਆ ਜਾਂ ਜਿਹੜਾ ਕਾਰਪਲ ਆ ਉਹ ਸਿੰਗਲ ਵੀ ਹੋ ਸਕਦੇ ਆ, 2 ਕਾਰਪਲਸ ਵੀ ਹੋ ਸਕਦੇ ਆ, ਔਰ ਸੈਵਰਲ ਮਤਲਬ ਮਲਟੀਪਲ ਕਾਰਪਲਸ ਵੀ ਹੋ ਸਕਦੇ ਆ। ਜਿਹਦੇ ਵਿੱਚ ਇੱਕ ਹੀ ਕਾਰਪਲ ਹੋਏਗਾ ਉਹਨੂੰ ਅਸੀਂ ਕਹਾਂਗੇ ਮੋਨੋਕਾਰਪੈਲਰੀ, ਜਿਹਦੇ ਵਿੱਚ 2 ਹੋਣਗੇ ਉਹਨੂੰ ਕਹਾਂਗੇ ਬਾਈਕਾਰਪੈਲਰੀ, ਐਂਡ ਜਿਹਦੇ ਵਿੱਚ 2 ਤੋਂ ਜ਼ਿਆਦਾ ਮਲਟੀਪਲ ਜਿਹੜੇ ਆ ਕਾਰਪਲਸ ਪ੍ਰੈਜ਼ੈਂਟ ਹੋਣਗੇ ਉਹਨੂੰ ਮਲਟੀਕਾਰਪੈਲਰੀ ਜਾਂ ਪੋਲੀਕਾਰਪੈਲਰੀ ਜਿਹੜਾ ਆ ਉਹ ਵੀ ਕਿਹਾ ਜਾਂਦਾ ਹੈ। ਹੁਣ ਇਹਦੇ ਵਿੱਚ ਕੀ ਆ ਕਿ ਕੁਝ ਕਾਰਪਲਸ ਜਿਹੜੇ ਆ ਮਤਲਬ ਜਿਹੜੇ ਫੀਮੇਲ ਰੀਪਰੋਡਕਟਿਵ ਯੂਨਿਟਸ ਕਹਿ ਸਕਦੇ ਆ, ਉਹ ਜੇ ਆਪਸ 'ਚ ਫਿਊਜ਼ਡ ਆ ਅਤੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਉਹ ਸਿਨ ਕਾਰਪਸ ਆ। ਜੇ ਉਹ ਫਿਊਜ਼ ਨਹੀਂ ਆ, ਫਰੀ ਆ, ਫਿਰ ਅਸੀਂ ਉਹਨਾਂ ਨੂੰ ਕਹਾਂਗੇ ਐਪੋਕਾਰਪਸ ਆ। ਹੁਣ ਜਿਹੜੇ ਫਰੀ ਯੂਨਿਟ ਆ ਗਾਇਨੋਸ਼ੀਅਮ ਦੇ, ਫਰੀ ਯੂਨਿਟ ਜਿਹੜੇ ਪਿਸਟਲ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਲਾਸਟ ਵੀਡੀਓ ਦੇ ਵਿੱਚ ਕਿ ਜਿਹੜਾ ਪਿਸਟਲ ਆ ਉਹ ਫੀਮੇਲ ਪਾਰਟ ਡਿਨੋਟ ਕਰਦਾ ਹੈ। ਹੁਣ ਇੱਥੇ ਜਿਹੜਾ ਫਰੀ ਯੂਨਿਟ ਆ ਗਾਇਨੋਸ਼ੀਅਮ ਦਾ ਉਹਨੂੰ ਅਸੀਂ ਕਹਿੰਦੇ ਆ ਪਿਸਟਲ, ਐਂਡ ਹਰੇਕ ਪਿਸਟਲ ਜਿਹੜਾ ਆ ਉਹਦੇ ਵਿੱਚ 3 ਜਿਹੜੇ ਪਾਰਟ ਆ ਉਹ ਹੁੰਦੇ ਆ, ਕਿਹੜੇ ਕਿਹੜੇ? ਸਟਿਗਮਾ, ਸਟਾਈਲ ਐਂਡ ਓਵਰੀ। ਸਟਿਗਮਾ, ਸਟਾਈਲ ਐਂਡ ਓਵਰੀ, ਇਹ ਵਾਲਾ ਪਾਰਟ ਆ ਜਿਹੜਾ ਜਿੱਥੇ ਪੋਲਨ ਰਿਸੀਵ ਹੋਣੇ ਆ, ਦੈਟ ਇਜ਼ ਕਾਲਡ ਸਟਿਗਮਾ। ਇਹ ਵਾਲਾ ਜਿਹਦੇ ਵਿੱਚ ਪੋਲਨ ਟਿਊਬ ਦੀ ਫੋਰਮੇਸ਼ਨ ਹੋਣੀ ਆ, ਦੈਟ ਇਜ਼ ਕਾਲਡ ਸਟਾਈਲ, ਐਂਡ ਇਹ ਵਾਲਾ ਜਿੱਥੇ ਓਵਿਊਲਸ ਪ੍ਰੈਜ਼ੈਂਟ ਹੋਣਗੇ ਉਹ ਕੀ ਹੈ? ਓਵਰੀ। ਹੁਣ ਜਿਹੜਾ ਓਵਿਊਲ ਆ ਐਂਜੀਓਸਪਰਮਸ ਦੇ ਵਿੱਚ ਓਵਿਊਲ ਕੀ ਰਿਪਰੈਜ਼ੈਂਟ ਕਰਦਾ ਆ? ਓਵਿਊਲ ਰਿਪਰੈਜ਼ੈਂਟ ਕਰਦਾ ਆ ਇੰਟੈਗੂਮੈਂਟਡ ਮੈਗਾਸਪੋਰੈਂਜੀਆ। ਇੰਟੈਗੂਮੈਂਟ ਦਾ ਮਤਲਬ ਕਿ ਇਹ ਵਾਲੇ ਜਿਹੜੀਆਂ ਵੀ ਔਰਗਨਸ ਹੋਣਗੀਆਂ ਇਹਨਾਂ ਦੇ ਅਰਾਊਂਡ ਕਵਰਿੰਗਸ ਜਿਹੜੀਆਂ ਉਹ ਪ੍ਰੈਜ਼ੈਂਟ ਹੋਣਗੀਆਂ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਇੱਕ ਕਾਮਨ ਓਵਿਊਲ ਦੀ ਸਟਰਕਚਰ ਜਿਹੜੀ ਆ ਉਹ ਡਰਾ ਕਰ ਲੈਂਦੇ ਹਾਂ। ਹੁਣ ਇਹਦੇ ਵਿੱਚ ਜਿਹੜਾ ਟਿਪੀਕਲ ਓਵਿਊਲ ਆ ਉਹਦੇ ਵਿੱਚ ਕੀ ਹੁੰਦਾ ਹੈ? ਉਹਦੇ ਵਿੱਚ ਅਸੀਂ ਇਹ ਵਾਲੀ ਜਿਹੜੀ ਓਵਿਊਲ ਦੀ ਸਟਰਕਚਰ ਲਈ ਆ ਉਹ ਵਾਲੀ ਉਹਦੇ ਵਿੱਚ ਕੀ ਆ ਕਿ ਬਹੁਤ ਜਿਹੜੀਆਂ ਕਾਮਨ ਜਿਹੜੀਆਂ ਐਂਜੀਓਸਪਰਮਿਕ ਫੈਮਲੀਜ਼ ਨੇ, ਆਲਮੋਸਟ 82% ਜਿਹੜੀਆਂ ਫੈਮਲੀਜ਼ ਆ ਉਹਨਾਂ ਦੇ ਵਿੱਚ ਇਹ ਪਾਇਆ ਜਾਂਦਾ। ਠੀਕ ਹੈ, ਇਹਦੇ ਵਿੱਚ ਜਿਹੜੀਆਂ ਸਟਰਕਚਰਸ ਆ ਉਹਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਜਿਹੜਾ ਐਂਡ ਆ, ਲਾਸਟ ਵਾਲਾ ਐਂਡ ਉਹਨੂੰ ਅਸੀਂ ਕਹਿੰਦੇ ਹਾਂ ਚਲਾਜ਼ਲ ਐਂਡ। ਨੈਕਸਟ ਸਾਡੇ ਕੋਲ ਆਉਂਦੇ ਆ ਇਹਦੀ ਜਿਹੜੀ ਓਪਨਿੰਗ ਆ, ਜਿਹੜਾ ਬਿਲਕੁਲ ਓਪਨਿੰਗ ਆ ਜਿੱਥੇ ਪੋਲਨ ਟਿਊਬ ਐਂਟਰ ਕਰਨੀ ਉਹਨੂੰ ਅਸੀਂ ਕਹਿੰਦੇ ਹਾਂ ਮਾਈਕਰੋਪਾਈਲਰ ਪੋਲ, ਐਂਡ ਉਹ ਵਾਲਾ ਜਿਹੜਾ ਪਰਟੀਕੂਲਰ ਪਾਥ ਆ ਉਹਨੂੰ ਅਸੀਂ ਕਹਿੰਦੇ ਹਾਂ ਮਾਈਕਰੋਪਾਈਲ ਓਪਨਿੰਗ ਆ। ਠੀਕ ਹੈ, ਐਂਡ ਇਹ ਜਿਹੜੀਆਂ ਰੈੱਡ ਪੈਨ ਦੇ ਨਾਲ ਸਟਰਕਚਰਸ ਦੇਖ ਰਹੇ ਹੋ ਤੁਸੀਂ, ਇਹ ਹੈਗੀਆਂ ਇੰਟੈਗੂਮੈਂਟ ਮਤਲਬ ਜਿਹੜੀਆਂ ਇਹਨੂੰ ਕਵਰ ਕਰਕੇ ਰੱਖਦੀਆਂ ਹੈ। ਇਹ 2 ਇੰਟੈਗੂਮੈਂਟਸ ਜਿਹੜੀਆਂ ਹੁੰਦੀਆਂ, ਆਊਟਰ ਇੰਟੈਗੂਮੈਂਟ ਐਂਡ ਇਨਰ ਇੰਟੈਗੂਮੈਂਟ ਦੇਖ ਰਹੇ ਹਾਂ। ਹੁਣ ਇਹ ਵਾਲਾ ਜਿਹੜਾ ਸੈਂਟਰਲ ਸੈੱਲ ਹੈ, ਇਹ ਜਿਹੜਾ ਪੂਰੀ ਬਲੈਕਿਸ਼ ਸਟਰਕਚਰ ਆ, ਇਹ ਪੂਰਾ ਸੈਂਟਰਲ ਸੈੱਲ ਆ। ਸੈਂਟਰਲ ਸੈੱਲ ਦੇ ਵਿੱਚ ਹੁਣ ਡਿਫਰੈਂਟ ਜਿਹੜੇ ਹੈਗੇ ਇਹਦੇ ਕੌਂਸਟੀਚੁਐਂਟਸ ਆ। ਫਸਟ ਇਹ ਵਾਲੇ ਜਿਹੜੇ ਹੈਗੇ ਆ ਇਹਨਾਂ ਨੂੰ ਕਹਿੰਦੇ ਆਪਾਂ ਐਂਟੀਪੋਡਲਸ ਜਾਂ ਐਂਟੀਪੋਡਲ ਸੈੱਲਸ। ਨੈਕਸਟ ਹੈਗਾ ਪੋਲਰ ਨਿਊਕਲੀਆਈ, ਮਤਲਬ ਇਹ 2 ਸੈੱਲਸ ਜਿਹੜੇ ਨੇ ਇਹ ਫਿਊਜ਼ਡ ਨੇ, ਸੈਪਰੇਟ ਨਹੀਂ ਆ, ਇਹਨਾਂ ਨੂੰ ਪੋਲਰ ਨਿਊਕਲੀਆਈ ਜਿਹੜਾ ਉਹ ਕਿਹਾ ਜਾਂਦਾ। ਐਂਡ ਇਹ ਵਾਲਾ ਜਿਹੜਾ ਹੈਗਾ ਸਾਡੇ ਕੋਲ ਸੈਂਟਰ ਵਿੱਚ ਇਹ ਹੈਗਾ ਆ ਐਗ ਸੈੱਲ, ਐਂਡ ਇਹਦੇ ਸਾਈਡਸ 'ਤੇ ਜੋ ਸਾਨੂੰ ਨਜ਼ਰ ਆ ਰਹੇ ਉਹਨਾਂ ਨੂੰ ਕਹਿੰਦੇ ਆ ਸਿਨਰਜਿਡਸ। ਠੀਕ ਹੈ, ਫਸਟ ਅਸੀਂ ਡਿਸਕਰਾਈਬ ਕਰਾਂਗੇ ਕਿ ਇੰਟੈਗੂਮੈਂਟਸ ਜਿਹੜੀਆਂ ਆ ਉਹ ਕੀ ਹੁੰਦੀਆਂ ਆ ਜਾਂ ਉਹਨਾਂ ਦਾ ਨੰਬਰ ਵੇਰੀ ਕਰਨ 'ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਇੰਟੈਗੂਮੈਂਟਸ ਜਿਵੇਂ ਕਿ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹ ਹੈਗੀ ਆ ਕਵਰਿੰਗ ਆਫ ਓਵਿਊਲ। ਠੀਕ ਹੈ, ਕਵਰਿੰਗ ਆਫ ਓਵਿਊਲ ਆ। ਇਹਦੇ ਵਿੱਚ ਜਿਹੜੀ ਜੇ ਤਾਂ ਸਾਡੇ ਕੋਲ ਇੱਕ ਹੀ ਕਵਰਿੰਗ ਹੋਏ, ਸਿੰਗਲ ਇੰਟੈਗੂਮੈਂਟ ਹੋਏ ਤੇ ਅਸੀਂ ਉਹਨੂੰ ਕਵਾਂਗੇ ਉਹ ਵਾਲਾ ਓਵਿਊਲ ਜਿਹੜਾ ਹੋਏਗਾ ਉਹਨੂੰ ਅਸੀਂ ਕਵਾਂਗੇ ਉਹ ਯੂਨੀਟੈਗਮੈਟਿਕ ਆ।
यूनीटैगमिक मतलब जिहड़ा ओव्यूल जिहदी एक ही कवरिंग होए एंड इस तरह के ओव्यूल सानू जिम्नोस्पर्म्स दे विच जिहड़े आ ओह मिल जाते हैं। ठीक है, जिहड़ी भी इदां दे ओव्यूल आ जिन्हां दे विच एक ही कवरिंग प्रेजेंट आ ओह सानू जिम्नोस्पर्मिक फैमिलीज़ विच देखण नूं मिलणगे। सैकेंड आ गया ओवल ओव्यूल जिहदियां 2 कवरिंग्स होण, 2 इंटैगुमेंट्स। 2 इंटैगूमेंट्स वाला जिहड़ा साडे कोल ओव्यूल होएगा उहनूं असीं कवांगे बाईटैगमिक। बाईटैगमिक सानूं जिहड़ा आ ओह एंजियोस्पर्मिक फैमिलीज़ दे विच सानूं ईजिली मिल जाएगा। एंड थर्ड वन इज़ 3 इंटैगूमेंट्स, जे ओव्यूल दियां 3 कवरिंग होण। 3 इंटैगूमेंट्स वाले नूं असीं कवांगे ट्राईटैगमिक। हुण की आ जिहड़ा साडे कोल ਜਿਹੜੀਆਂ ਪਹਿਲੀਆਂ 2 ਆ ਜਾਂ ਸਿੰਗਲ ਜਾਂ ਡਬਲ ਵਾਲੀ ਆ ਉਹਦੇ ਵਿੱਚ ਅਸੀਂ ਮੋਡੀਫਿਕੇਸ਼ਨ ਸਾਨੂੰ ਨਹੀਂ ਨਜ਼ਰ ਆਉਂਦੀ, ਬਟ ਜਿਹੜੀ ਥਰਡ ਇੰਟੈਗੂਮੈਂਟ ਆ ਜਿਹੜੀ ਲਾਸਟ ਵਾਲੀ ਆ ਉਹਦੇ ਵਿੱਚ ਕੀ ਹੁੰਦਾ ਆ ਕਿ ਸਾਨੂੰ ਉਹਦੇ ਵਿੱਚ ਮੋਡੀਫਿਕੇਸ਼ਨਸ ਜਿਹੜੀਆਂ ਆ ਉਹ ਨਜ਼ਰ ਆਉਂਦੀਆਂ। ਸਮਟਾਈਮਸ, ਨਾਟ ਇਨ ਆਲ ਕੇਸਿਸ, ਮੋਡੀਫਿਕੇਸ਼ਨ ਇਨ थर्ड इंटैगूमेंट। ठीक है, हुण इहदे विच फस्ट है इहदी एग्जाम्पल है इहदी मोडिफिकेशन दी। फस्ट इज़ एरल। एरल दा मतलब आ ये सानू मिलेगी जे थर्ड इंटैगूमेंट थिक एंड फ्लैशी हो जे। इफ थर्ड इंटैगूमेंट becomes थिक एंड फ्लैशी। ठीक है, जे थिक एंड फ्लैशी हो जाए तो सानू असीं उहनूं कवांगे एरल कवांगे। एंड इहदे विच सानू एग्जाम्पल आ लीची चाइनेंसिस। जिहड़ी आपां लीची देखते हैं फ्रूट आम तौर पर, उहदा जिहड़ा वाइट वाला पोर्शन है, ठीक है, ਉਹਦਾ ਜਿਹੜਾ ਵਾਈਟ ਪੋਰਸ਼ਨ ਆ ਉਹ ਐਡਲ ਆ, ਜਿਹੜਾ ਐਡੀਬਲ ਪੋਰਸ਼ਨ ਆ ਲੀਚੀ ਦਾ। ਇਟ ਮੀਨਸ ਉਹ ਥਰਡ ਇੰਟੈਗੂਮੈਂਟ ਆ ਉਹ ਥਿਕ ਅਤੇ ਫਲੈਸ਼ੀ ਹੋ ਚੁੱਕੀ ਆ। ਠੀਕ ਹੈ, ਉਹਨੂੰ ਅਸੀਂ ਕਹਾਂਗੇ ਐਰਲ। ਸੈਕਿੰਡ ਆ ਕੈਰੰਕਲ। ਕੈਰੰਕਲ ਦੇ ਵਿੱਚ ਕੀ ਹੁੰਦਾ ਜੇ ਥਰਡ ਇੰਟੈਗੂਮੈਂਟ, ਕਿਉਂਕਿ ਆਪਾਂ ਮੋਡੀਫਿਕੇਸ਼ਨ ਥਰਡ ਇੰਟੈਗੂਮੈਂਟ ਦੀ ਕਰਦੇ ਪਏ ਹਾਂ, ਜੇ ਥਰਡ ਇੰਟੈਗੂਮੈਂਟ ਜਿਹੜੀ ਆ ਉਹ ਡਰਾਈ ਮੈਂਬਰੇਨਸ ਜਿਹੜੀ ਆ ਕਵਰਿੰਗ ਬਣਾਏ। ਠੀਕ ਹੈ, ਡਰਾਈ ਮੈਂਬਰੇਨਸ ਕਵਰਿੰਗ ਦੀ ਮਾਈਕਰੋਪਾਈਲ, मतलब वो माइक्रोपाइल नूं कवर कर रही आ ते वो थर्ड इंटैगूमेंट ड्राई आ, बिल्कुल ओपोजिट आ एरल दे जिहड़ा कैरंकल आ। ठीक है, इहदी एग्जाम्पल सानूं देखण नूं मिलदी आ रिसिनस दे विच। रिसिनस कैस्टर सुनिया होएगा, कैस्टर ऑयल जिहदे तों लिया जांदा है। कैस्टर प्लांट जिहड़ा है जिहदे तों कैस्टर ऑयल एक्सट्रैक्ट कीता जांदा है, रिसिनस ਉਹਨੂੰ ਕਹਿੰਦੇ ਆ, ਤਾਂ ਸਾਇੰਟੀਫਿਕ ਨੇਮ ਆ ਰਿਸਿਨਸ। ਉਹਦੇ ਵਿੱਚ ਸਾਨੂੰ ਈਜ਼ੀਲੀ ਦੇਖਣ ਨੂੰ ਮਿਲਦੀ ਆ। ਐਂਡ ਸੈਕਿੰਡ ਇਜ਼ ਆ ਗਿਆ ਮਾਈਕਰੋਪਾਈਲ। ਪਹਿਲਾਂ ਅਸੀਂ ਫਸਟ ਅਸੀਂ ਡਿਸਕਰਾਈਬ ਕੀਤੀਆਂ ਸੀਗੀਆਂ ਇੰਟੈਗੂਮੈਂਟਸ, ਉਸ ਤੋਂ ਬਾਅਦ ਮਾਈਕਰੋਪਾਈਲ। ਮਾਈਕਰੋਪਾਈਲ ਦੇ ਵਿੱਚ ਕੀ ਆ ਕਿ ਇਹ ਓਪਨਿੰਗ ਓਵਿਊਲ ਦੀ, ਓਪਨਿੰਗ ਓਵਿਊਲ ਦੀ। ਐਂਡ ਇਹਦੇ ਵਿੱਚ ਕੀ ਹੁੰਦਾ ਆ, ਜਿਹੜਾ ਇਹਦਾ ਫੰਕਸ਼ਨ ਆ, ਮੇਨ ਫੰਕਸ਼ਨ ਇਹਦਾ ਹੈਗਾ ਆ ਜਾਂ ਮੇਜਰ ਫੰਕਸ਼ਨ ਕਹਿ ਲਓ ਤੁਸੀਂ, ਐਂਟਰੀ ਆਫ ਪੋਲਨ ਟਿਊਬ। ਜਿਹੜੀ ਪੋਲਨ ਟਿਊਬ ਆ ਉਹਦੀ ਐਂਟਰੀ ਜਦੋਂ ਹੋਣੀ ਆ ਉਹ ਹਮੇਸ਼ਾ ਜਿਹੜੀ ਆ ਉਹ ਮਾਈਕਰੋਪਾਈਲ ਦੇ ਥਰੂ ਹੀ ਹੋਣੀ ਆ। ਅਤੇ ਸੀਡ ਵਿੱਚ ਵੀ ਕੋਈ ਇਹਦਾ ਫੰਕਸ਼ਨ ਹੈ? ਯੈਸ, ਸੀਡ ਦੇ ਵਿੱਚ ਕੀ ਹੁੰਦਾ ਹੈ, ਜਦੋਂ ਸੀਡ ਕੰਡੀਸ਼ਨ ਦੇ ਵਿੱਚ ਹੁੰਦੀ ਕੋਈ ਵੀ ਪਲਾਂਟ, ਮਤਲਬ ਉਹਦੇ ਚੋਂ ਬਾਅਦ ਵਿੱਚ ਪਲਾਂਟਲੈਟ ਨਿਕਲਦਾ ਸੀਡ ਚੋਂ, ਉਹ ਸੀਡ ਦੇ ਵਿੱਚ ਜਿਹੜਾ ਆ ਮਾਈਕਰੋਪਾਈਲ ਉਹ ਐਂਟਰੀ ਆਫ ਵਾਟਰ ਕਰਾਉਂਦਾ ਆ।
क्योंकि सीड नूं जदों जर्मीनेशन होने वास्ते मॉइस्चर चाहिदा है तो वो मॉइस्चर जिहड़ा उन्हें लैना है सीड ने वो भी माइक्रोपाइल के थ्रू ही लैंदा है। ठीक है। एंड जिहड़ा नॉर्मल जो फ्लावरिंग कंडीशन च हुंदा है उस टाइम जिहड़ा माइक्रोपाइल आ वो की कराउंदा है एंट्री ऑफ पोलन ट्यूब। नैक्सट आ गया साडे कोल एम्ब्रीओ सैक। एम्ब्रीओ सैक दे विच हुण की आ एम्ब्रीओ सैक मतलब फीमेल गैमेटोफाइट। फीमेल गैमीटोफाइट जिहड़ा फीमेल गैमीटोफाइट है या एम्ब्रीओ सैक आ। हुण इहदे विच जिहड़े भी इहदे कॉन्स्टीट्यूएंट्स आ जिद्दां फस्ट इज एग अपरेटस। ਜਿਹੜਾ ਇਹਦੇ ਵਿੱਚ ਐਗ ਆਪਰੇਟਸ ਆ ਉਹ ਅਸੀਂ ਕਿਹਨੂੰ ਕਹਿੰਦੇ ਆ ਆਪਾਂ ਜਿਵੇਂ ਓਵਿਊਲ ਦੀ ਸਟਰਕਚਰਸ ਕੀਤੇ ਸੀ ਕਿ ਇਹ ਵਾਲੇ ਜਿਹੜੇ ਐਂਟੀਪੋਡਲਸ ਹੁੰਦੇ ਆ ਇਹ ਵਾਲਾ ਐਗ ਸੈੱਲ ਹੁੰਦਾ ਇਹ ਵਾਲੇ ਸਿਨਰਜਿਡਸ ਹੁੰਦੇ ਆ ਇਹ ਵਾਲਾ ਜਿਹੜਾ ਐਗ ਆਪਰੇਟਸ ਆ। ਠੀਕ ਹੈ। ਹੁਣ ਇਹਦੇ ਵਿੱਚ ਐਗ ਆਪਰੇਟਸ ਦੇ ਵਿੱਚ ਸਾਨੂੰ ਪਤਾ ਹੈ ਕਿ ਇਹ ਐਗ ਸੈੱਲ ਆ ਅਤੇ ਇਹ ਸਿਨਰਜਿਡਸ ਆ। ਹੁਣ ਜਿਹੜੇ ਸਿਨਰਜਿਡਸ ਆ ਉਹਨਾਂ ਦਾ ਕੀ ਰੋਲ ਆ ਜਾਂ ਉਹਨਾਂ ਨੇ ਕੀ ਕੰਮ ਕਰਨਾ ਆ। ਇਹਦੇ ਵਿੱਚ ਕੀ ਹੁੰਦਾ ਆ ਜਿਹੜੇ ਵੀ ਸਿਨਰਜਿਡ ਆ ਉਹਨਾਂ ਦੇ ਮੇਨ ਜਿਹੜੇ ਸਿਨਰਜਿਡਸ ਨੇ ਉਹਨਾਂ ਦੇ ਮੇਨ ਦੋ ਰੋਲ ਆ। ਠੀਕ ਹੈ। ਫਸਟ ਵਨ ਕੀ ਕਰਨਾ ਇਹਨਾਂ ਨੇ ਜਿਹੜਾ ਨਿਊਸੈਲਸ ਆ ਨਿਊਸੈਲਸ ਦੇ ਵਿੱਚੋਂ ਨਿਊਟ੍ਰੀਸ਼ਨ ਅਬਜ਼ੋਰਬ ਕਰਨਾ ਨਿਊਟ੍ਰੀਸ਼ਨ ਫਰੋਮ ਦਾ ਨਿਊਸੈਲਸ। ਐਂਡ ਨੈਕਸਟ ਹੈਗਾ ਮੇਨ ਕਿ ਜਦੋਂ ਵੀ ਪੋਲਨ ਟਿਊਬ ਗਰੋ ਕਰ ਰਹੀ ਆ ਠੀਕ ਹੈ ਉਸ ਟਾਈਮ 'ਤੇ ਇਹ ਇੱਕ ਤਰ੍ਹਾਂ ਦੇ ਸ਼ੌਕ ਅਬਜ਼ੋਰਬਰਸ ਹੁੰਦੇ ਨੇ। ਸ਼ੌਕ ਐਬਜ਼ੋਰਬਰਸ ਫॉर ਇਨਗਰੋਇੰਗ ਪੋਲਨ ਟਿਊਬ। ਜਿਹੜੀ ਪੋਲਨ ਟਿਊਬ ਗਰੋ ਕਰਦੀ ਪਈ ਆ ਉਹਦੇ ਵਾਸਤੇ ਇੱਕ ਤਰ੍ਹਾਂ ਦੇ ਸ਼ੌਕ ਐਬਜ਼ੋਰਬਰ ਹੁੰਦੇ ਨੇ। ਠੀਕ ਹੈ। ਐਂਡ ਹੋਰ ਇਹਨਾਂ ਨੇ ਕੀ ਕਰਨਾ ਹੈ ਕਿ ਕੁਝ ਕੈਮੀਕਲ ਜਿਹੜੇ ਆ ਉਹ ਸਿਕਰੀਟ ਕਰਨੇ ਆ। ਕੈਮੀਕਲ ਕਿਉਂ ਸਿਕਰੀਟ ਕਰਨੇ ਆ ਤਾਂ ਕਿ ਜਿਹੜੀ ਪੋਲਨ ਟਿਊਬ ਆ ਜਿਹਦੀ ਫੋਰਮੇਸ਼ਨ ਹੋ ਰਹੀ ਆ ਉਹਨੂੰ ਗਾਈਡ ਕਰ ਸਕਣ। ਠੀਕ ਹੈ। ਗਾਈਡ ਕਰਦੇ ਆ ਪੋਲਨ ਟਿਊਬ ਨੂੰ। ਗਾਈਡ ਪੋਲਨ ਟਿਊਬ ਬਾਏ secreting some chemical substances and ਜਿਹੜਾ ਇਹ ਵਾਲਾ ਐਗ ਸੈੱਲ ਆ ਇਹਦਾ ਸਾਨੂੰ ਪਤਾ ਹੀ ਆ ਫੰਕਸ਼ਨ ਕਿ ਹੈਪਲੋਇਡ ਹੋਏਗਾ ਐਂਡ ਇਹਦਾ ਮੇਨ ਕੰਮ ਆ ਕਿ ਇਹਨੇ ਜਿਹੜਾ ਇਹਦੇ ਵਿੱਚ ਗੈਮੇਟ ਆ ਜਿਹਦੀ ਫਿਊਜ਼ਨ ਹੋਣੀ ਆ ਜਦੋਂ ਪੋਲਨ ਟਿਊਬ ਦੇ ਵਿੱਚ ਜਿਹੜੇ ਗੈਮੇਟਸ ਬਣਦੇ ਆ ਉਹ ਆਪਾਂ ਬਾਅਦ ਵਿੱਚ ਨੈਕਸਟ ਵੀਡੀਓ 'ਚ ਡਿਸਕਰਾਈਬ ਕਰਾਂਗੇ। ਉਸ ਤੋਂ ਬਾਅਦ ਆ ਗਈ ਐਂਟੀਪੋਡਲਸ। ਐਂਟੀਪੋਡਲ ਸਾਨੂੰ ਪਤਾ ਹੈ ਕਿ ਜਿਹੜੇ ਚਲਾਜ਼ਲ ਜਦੋਂ ਆਪਾਂ ਓਵਿਊਲ ਦੀ ਸਟਰਕਚਰ ਕੀਤੀ ਸੀ ਉਦੋਂ ਸਾਨੂੰ ਪਤਾ ਹੈ ਕਿ ਅਸੀਂ ਚਲਾਜ਼ਲ ਐਂਡ 'ਤੇ 3 ਸੈੱਲ ਜਿਹੜੇ ਆ ਉਹ ਬਣਾਏ ਸੀ ਉਹਨਾਂ ਨੂੰ ਅਸੀਂ ਐਂਟੀਪੋਡਲਸ ਕਹਿੰਦੇ ਆ। ਐਂਡ ਇਹ ਵੇਰੀ ਕਰ ਸਕਦੀ ਹੈ। ਇਹਨਾਂ ਦੀ ਸ਼ੇਪ ਜ਼ਰੂਰੀ ਨਹੀਂ ਹੈ ਕਿ ਸਾਰੇ ਇੱਕੋ ਜਿਹੀ ਹੋਣ ਇਹਨਾਂ ਦੀ ਵੇਰੀ ਕਰ ਸਕਦੀ ਹੈ ਸ਼ੇਪ। ਐਂਡ ਜਿਹੜੇ ਐਂਟੀਪੋਡਲਸ ਹੁੰਦੇ ਨੇ ਇਹਨਾਂ ਦਾ ਮੇਨ ਕੰਮ ਹੁੰਦਾ ਵਾ ਹਸਟੋਰੀਆ ਬਣਾਉਣਾ ਫॉर obtaining ਨਰਿਸ਼ਮੈਂਟ। ਠੀਕ ਹੈ। ਜਦੋਂ ਰੀਪਰੋਡਕਸ਼ਨ ਤੋਂ ਜਿਹੜੀ ਫਿਊਜ਼ਨ ਆਫ ਗੈਮੀਟਸ ਤੋਂ ਪਹਿਲਾਂ ਤੱਕ ਇਹਨਾਂ ਦਾ ਫੰਕਸ਼ਨ ਆ ਬਾਅਦ ਵਿੱਚ ਡੀਜਨਰੇਟ ਹੋ ਜਾਂਦੇ ਆ। ਐਂਡ ਇਹਨਾਂ ਸੈੱਲਸ ਦੇ ਵਿੱਚ ਜਿਹੜੇ ਆ ਹੁੰਦੇ ਆ ਕੁਝ ਐਂਜ਼ਾਈਮ ਹੁੰਦੇ ਆ ਸਟਾਰਚ ਹੁੰਦੀ ਆ ਲਿਪਿਡ ਹੁੰਦੇ ਆ ਪ੍ਰੋਟੀਨਸ ਹੁੰਦੇ ਆ। ਠੀਕ ਹੈ। ਐਂਟੀਪੋਡਲਸ ਹੈਵ ਸਟਾਰਚ ਲਿਪਿਡਸ ਐਂਡ ਪ੍ਰੋਟੀਨਸ। ਇਸ ਕਰਕੇ ਇਹਨਾਂ ਨੇ ਹੋਰ ਕੀ ਕਰਨਾ ਹੈਲਪ ਇਨ ਐਬਜ਼ੋਰਪਸ਼ਨ ਫਰੋਮ ਨਿਊਸੈਲਸ ਜਿਹੜਾ ਆ ਉਹਦੇ ਵਿੱਚੋਂ ਇਹਨਾਂ ਨੇ ਹੈਲਪ ਕਰਨੀ ਆ ਕਿ ਇਹ ਜਿਹੜਾ ਨਿਊਟ੍ਰੀਸ਼ਨ ਅਬਜ਼ੋਰਬ ਕਰ ਸਕਣ। ਐਂਡ ਇਹ ਵੈਜੀਟੇਟਿਵ ਸੈੱਲ ਹੀ ਹੋਣਗੇ ਇਹਨਾਂ ਦਾ ਕੋਈ ਰੀਪਰੋਡਕਸ਼ਨ ਦੇ ਵਿੱਚ ਪਾਰਟੀਸੀਪੇਸ਼ਨ ਨਹੀਂ ਹੋਏਗਾ। ਇਹ ਵੈਜੀਟੇਟਿਵ ਸੈੱਲ ਜਿਹੜੇ ਆ ਵੈਜੀਟੇਟਿਵ ਸੈੱਲਸ ਆ ਉਹ ਹੋਣਗੇ। ਠੀਕ ਹੈ। ਉਸ ਤੋਂ ਬਾਅਦ ਅੱਗੇ ਜਿਹੜੇ ਸਾਡੇ ਕੋਲ ਸੈਂਟਰਲ ਸੈੱਲ
ਸੈਂਟਰਲ ਸੈੱਲ ਆਪਾਂ ਜਦੋਂ ਲੇਬਲ ਕੀਤਾ ਸੀ ਰੂਲ ਉਹਦੇ ਵਿੱਚ ਤੁਸੀਂ ਦੁਬਾਰਾ ਦੇਖ ਸਕਦੇ ਆ ਇਹ ਲਾਰਜੈਸਟ ਸੈੱਲ ਆ ਜਿਹਨੂੰ ਐਮਬਰੀਓ ਸੈਕ ਦੀ ਵਾਲ ਨੇ ਜਿਹੜਾ ਆ ਉਹ ਕਵਰ ਕੀਤਾ ਹੋਇਆ ਹੈ, ਠੀਕ ਹੈ। ਹੁਣ ਇਹਦੇ ਵਿੱਚ ਜਿਹੜੀ ਮੇਨ ਚੀਜ਼ ਆ ਉਹ ਕੀ ਹੁੰਦੇ ਆ, ਦੋ ਪੋਲਰ ਨਿਊਕਲੀਆਈ ਜਿਹੜੇ ਆ ਉਹ ਹੁੰਦੇ ਆ, ਠੀਕ ਹੈ। ਹੁਣ ਇਹਨਾਂ ਪੋਲਰ ਨਿਊਕਲੀਆਈਜ਼ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਸੈਂਟਰ 'ਚ ਹੁੰਦੇ ਆ, ਆਲਮੋਸਟ ਜਿਹੜਾ ਉਹ ਸੈਂਟਰ 'ਚ ਹੁੰਦੇ ਆ ਐਂਡ ਇਹ ਦੋਨੋਂ ਪੋਲਰ ਨਿਊਕਲੀਆਈ ਕਿਉਂਕਿ ਫਿਊਜ਼ਡ ਹੁੰਦੇ ਆ, ਠੀਕ ਹੈ। ਇਸ ਕਰਕੇ ਜਿਹੜੀ ਸਟਰਕਚਰ ਇਹ ਬਣਾਉਂਦੇ ਆ ਦੈਟ ਇਜ਼ ਡਿਪਲੋਇਡ ਔਰ ਸੈਕੰਡਰੀ ਨਿਊਕਲੀਅਸ ਉਹਨੂੰ ਕਹਿੰਦੇ ਆ, ਠੀਕ ਹੈ। ਡਿਪਲੋਇਡ ਜਾਂ ਸੈਕੰਡਰੀ ਨਿਊਕਲੀਅਸ ਕਿਉਂਕਿ ਇਹ ਦੋਨੋਂ ਫਿਊਜ਼ ਹੋਏ ਹੁੰਦੇ ਆ, ਠੀਕ ਹੈ। ਐਂਡ ਬਾਅਦ ਵਿੱਚ ਜਦੋਂ ਵੀ ਫਰਟੀਲਾਈਜੇਸ਼ਨ ਆਪਾਂ ਪੜ੍ਹਾਂਗੇ ਜਾਂ ਮੇ ਬੀ ਤੁਸੀਂ ਜਨਰਲ ਆਈਡੀਆ ਪਹਿਲਾਂ ਵੀ ਲਿਆ ਹੋਏ ਇਸ ਚੀਜ਼ ਦਾ ਕਿ ਜਿਹੜੇ ਸੈਂਟਰਲ ਸੈੱਲ ਆ ਉਹਨਾਂ ਦਾ ਰੋਲ ਹੁੰਦਾ ਆ ਇਨ ਦਾ ਫੋਰਮੇਸ਼ਨ ਆਫ ਐਂਡੋਸਪਰਮ ਜਿਹੜਾ ਨਿਊਟ੍ਰੀਟਿਵ ਟਿਸ਼ੂ ਆ, ਜਿਹੜਾ ਟ੍ਰਿਪਲੋਇਡ ਹੁੰਦਾ ਆ ਐਂਜੀਓਸਪਰਮਸ ਦੇ ਵਿੱਚ, ਉਹਦੀ ਫੋਰਮੇਸ਼ਨ ਜਿਹੜੀ ਆ ਉਹ ਹਮੇਸ਼ਾ ਤੋਂ ਸੈਂਟਰਲ ਸੈੱਲ ਜਿਹੜੇ ਆ ਉਹ ਕਰਦੇ ਆ। ਸੈਂਟਰਲ ਸੈੱਲ ਡਿਪਲੋਇਡ ਹੁੰਦੇ ਆ, ਠੀਕ ਹੈ, ਅਤੇ ਜਿਹੜਾ ਇੱਕ ਮੇਲ ਗੈਮੀਟ ਫਿਊਜ਼ ਕਰੇਗਾ ਅਤੇ ਇਸ ਕਰਕੇ ਜਿਹੜਾ ਸਾਡੇ ਕੋਲ ਐਂਡੋਸਪਰਮ ਹੁੰਦਾ ਦੈਟ ਇਜ਼ ਟ੍ਰਿਪਲੋਇਡ ਇਨ ਐਂਜੀਓਸਪਰਮ।